ਹਾਂਜੀ ਪਿਆਰੇ ਵਿਦਿਆਰਥੀਓ, ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਆਧੁਨਿਕ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਦਾ 25ਵਾਂ ਕਵੀ ਔਰ ਬੜਾ ਮਹੱਤਵਪੂਰਨ ਕਵੀ ਪਾਸ਼ ਅਵਤਾਰ ਪਾਸ਼ ਉਸ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਕਰਾਂਗੇ। ਉਸ ਦੁਆਰਾ ਰਚੀਆਂ ਗਈਆਂ ਕਵਿਤਾਵਾਂ ਬਾਰੇ ਕੁਝ ਚਰਚਾ ਕਰਾਂਗੇ ਔਰ ਸਾਡੇ ਸਿਲੇਬਸ ਦਾ ਹਿੱਸਾ ਜੋ ਕਵਿਤਾਵਾਂ ਨੇ ਉਹਨਾਂ ਬਾਰੇ ਕੁਝ ਗੱਲ ਕਰਾਂਗੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਲਾਲ ਸਿੰਘ ਦਿਲ ਦੀ ਜਾਂ ਹਰਭਜਨ ਹਲਵਾਰਵੀ ਦੀ, ਇਹ ਇਸ ਤਰ੍ਹਾਂ ਦੇ ਕਵੀ ਸੀਗੇ ਜਿਹੜੇ ਨਕਸਲਾਈਟ ਮੂਵਮੈਂਟ ਨੇ ਪੰਜਾਬੀ ਸਾਹਿਤ ਨੂੰ ਦਿੱਤੇ ਸੀ। ਤੇ ਇਸੇ ਤਰ੍ਹਾਂ ਹੀ ਜਿਹੜਾ ਅਵਤਾਰ ਪਾਸ਼ ਹੈ ਉਹ ਵੀ ਨਕਸਲਾਈਟ ਮੂਵਮੈਂਟ ਤੋਂ ਬਹੁਤ ਪ੍ਰਭਾਵਿਤ ਸੀ ਔਰ ਜੁਝਾਰੂ ਕਵਿਤਾ ਦੇ ਵਿੱਚ ਜਿਹੜੀ ਪ੍ਰਸਿੱਧੀ ਅਵਤਾਰ ਪਾਸ਼ ਨੂੰ ਮਿਲੀ ਹੈ ਉਹ ਪ੍ਰਸਿੱਧੀ ਹੋਰ ਕਿਸੇ ਕਵੀ ਦੇ ਹਿੱਸੇ ਜਿਹੜੀ ਹੈ ਨਹੀਂ ਆਈ ਦੇਖੀ ਜਾ ਸਕਦੀ। ਤਾਂ ਜੁਝਾਰੂ ਕਵੀਆਂ ਦੇ ਵਿੱਚ, ਜੁਝਾਰਵਾਦੀ ਕਵਿਤਾ ਦੇ ਵਿੱਚ ਅਵਤਾਰ ਪਾਸ਼ ਦਾ ਨਾਮ ਬਹੁਤ ਹੀ ਮਾਣ ਅਤੇ ਬਹੁਤ ਹੀ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਔਰ ਪਾਸ਼ ਦੀ ਕਵਿਤਾ ਦੇ ਵਿੱਚ ਇੱਕ ਇਸ ਕਿਸਮ ਦੀ ਖਿੱਚ ਹੈ ਕਿ ਜਿਹੜੀ ਕਵਿਤਾ ਉਹਨੇ ਬਹੁਤ ਸਾਲ ਪਹਿਲਾਂ ਲਿਖੀ 1970-75 ਚ, ਤੇ ਉਹ ਕਵਿਤਾ ਅੱਜ ਵੀ ਜਿਹੜੇ ਨੌਜਵਾਨ ਹੈਗੇ ਆ ਉਸ ਕਵਿਤਾ ਨੂੰ, ਉਸ ਕਵਿਤਾ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਆ। ਤੇ ਪਾਸ਼ ਦਾ ਨਾਂ ਜਿਹੜਾ ਹੈ ਆਧੁਨਿਕ ਜਿਹੜੇ ਕਵੀ ਆ ਉਹਨਾਂ ਦੇ ਵਿੱਚ ਬੜਾ ਉੱਘਾ ਹੈ। ਉਹ ਇੱਕ ਕ੍ਰਾਂਤੀਕਾਰੀ ਕਵੀ ਵਜੋਂ ਜਾਣਿਆ ਜਾਂਦਾ ਹੈ। ਉਹਦਾ ਜਨਮ ਜਿਹੜਾ ਹੈ ਉਹ 9 ਨਵੰਬਰ 1950 ਨੂੰ ਇੱਕ ਸਧਾਰਨ ਪਰਿਵਾਰ ਦੇ ਵਿੱਚ ਸਰਦਾਰ ਸੋਹਣ ਸਿੰਘ ਸੰਧੂ ਦੇ ਘਰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਦੇ ਵਿੱਚ ਹੁੰਦਾ ਹੈ। ਤੇ ਉਹਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ ਤੇ ਉਸਨੇ JBT ਦਾ ਕੋਰਸ ਜਿਹੜਾ ਉਹ ਵੀ ਕੀਤਾ ਹੋਇਆ ਸੀ। ਤੇ ਅਵਤਾਰ ਪਾਸ਼ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ 'ਚ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ, ਪਰ ਆਰਥਿਕ ਮੁਸ਼ਕਲਾਂ ਤੇ ਰਾਜਨੀਤਿਕ ਸਰਗਰਮੀਆਂ ਦੇ ਕਾਰਨ ਇਹ ਸਕੂਲ ਬਹੁਤਾ ਚਿਰ ਉਹ ਚਲਾ ਨਾ ਸਕਿਆ। ਪਿੰਡ ਰਹਿੰਦੇ ਹੀ ਉਸਨੇ ਪਹਿਲਾਂ ਰੋਲੇ ਬਾਣ ਤੇ ਫਿਰ ਸਿਆੜ ਨਾਂ ਦੇ ਪਰਚੇ ਕੱਢੇ। ਰੋਲੇ ਬਾਣ ਤੇ ਸਿਆੜ ਇਹ ਪਰਚਾ ਕੱਢਦਾ ਸੀ ਉਹ ਆਪਣੇ ਇਲਾਕੇ ਦੇ ਵਿੱਚੋਂ, ਪਿੰਡ ਦੇ ਵਿੱਚੋਂ ਬੈਠ ਕੇ, ਤੇ ਉਹ ਛੇਤੀ ਜਿਹੜੇ ਆ ਉਹ ਬੰਦ ਕਰਨੇ ਪੈ ਗਏ। ਤੇ ਉਹਦਾ ਨਾਂ ਜਿਹੜਾ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸਿਲੀਗੁੜੀ ਸਬ ਡਿਵੀਜ਼ਨ ਸੀ ਪੱਛਮੀ ਬੰਗਾਲ ਦੀ, ਉਹਦੇ ਵਿੱਚ ਪਿੰਡ ਨਕਸਲਬਾੜ ਦੇ ਵਿੱਚ ਉੱਠੀ ਜਿਹੜੀ ਨਕਸਲਬਾੜੀ ਲਹਿਰ ਸੀ, ਜਿਹੜੀ ਕਿਰਤੀਆਂ ਕਾਮਿਆਂ ਦੀ ਲਹਿਰ ਸੀ, ਤੇ ਇਸ ਲਹਿਰ ਨਾਲ ਜੁੜਿਆ ਹੋਣ ਕਰਕੇ ਉਹਨੂੰ ਕਈ ਵਾਰੀ ਜਿਹੜਾ ਹੈ ਪੁਲਿਸ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ। ਤੇ ਪਿਛਲੇ ਵਰ੍ਹਿਆਂ ਦੇ ਵਿੱਚ ਚੱਲੀ ਜਿਹੜੀ ਖਾੜਕੂ ਲਹਿਰ ਸੀਗੀ, ਉਹਦੇ ਦੌਰਾਨ ਜਿਹੜੇ ਖੱਬੀ ਪੱਖੀ ਵਿਚਾਰਾਂ ਦੇ ਧਾਰਨੀ ਹੋਣ ਕਰਕੇ, ਖੱਬੇ ਪੱਖੀ ਭਾਵ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਹੋਣ ਕਰਕੇ, ਮਾਰਕਸਿਸਟ ਵਿਚਾਰਾਂ ਦੇ ਧਾਰਨੀ ਹੋਣ ਕਰਕੇ, ਕਾਰਲ ਮਾਰਕਸ ਦੀ ਫਿਲਾਸਫੀ ਦੇ ਅਨਿਆਈ ਹੋਣ ਦੇ ਕਰਕੇ ਉਸ ਦੀ ਜਾਨ ਨੂੰ ਵੀ ਜਿਹੜਾ ਖਤਰਾ ਸੀ। ਤੇ ਇਸ ਖਤਰੇ ਨੂੰ ਭਾਂਪਦਿਆਂ ਉਹਦੇ ਪੇਰੈਂਟਸ ਨੇ ਉਸਨੂੰ 1986 ਦੇ ਵਿੱਚ ਅਮਰੀਕਾ ਭੇਜਤਾ। ਤੇ ਅਮਰੀਕਾ 'ਚ ਉਸਨੇ ਖਾੜਕੂ ਲਹਿਰ ਦੇ ਵਿਰੋਧ 'ਚ ਕੱਢੇ ਜਾ ਰਹੇ ਪਰਚੇ ਐਂਟੀ 47 ਦੇ ਸੰਪਾਦਨ ਦਾ ਕੰਮ ਜਿਹੜਾ ਉਹ ਜਾ ਕੇ ਸਾਂਭ ਲਿਆ। ਤੇ ਜਿਸ ਕਰਕੇ ਉਸਨੂੰ ਇਸ ਲਹਿਰ ਦੇ ਮਦੀਆਂ ਦੇ ਨਜ਼ਰਾਂ 'ਚ ਜਿਹੜਾ ਉਹ ਹੋਰ ਜ਼ਿਆਦਾ ਰੜਕਣ ਲੱਗ ਗਿਆ। ਤੇ 1988 'ਚੋਂ ਕੁਝ ਚਿਰ ਲਈ ਪੰਜਾਬ ਆਇਆ ਤੇ ਵਾਪਸ ਜਾਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਉਸਨੂੰ ਤੇ ਉਹਦੇ ਇੱਕ ਸਾਥੀ ਨੂੰ ਗੋਲੀਆਂ ਦਾ ਨਿਸ਼ਾਨਾ ਜਿਹੜਾ ਉਹ ਬਣਾ ਦਿੱਤਾ ਗਿਆ। ਯਾਨੀ ਜਿਹੜੀ ਗੱਲ ਦਾ ਡਰ ਸੀ ਜਿਹਦੇ ਕਰਕੇ ਉਹਨੂੰ ਅਮਰੀਕਾ ਭੇਜਿਆ ਸੀ, ਉਹ ਗੱਲ ਜਿਹੜੀ ਹੈ ਉਵੇਂ ਸੱਚ ਸਾਬਤ ਹੋਈ। ਤਾਂ ਇਸ ਤਰ੍ਹਾਂ ਇਹ ਬਹੁਤ ਵਾਜਬ ਜੀ ਉਮਰ ਦੇ ਵਿੱਚ, 37-38 ਸਾਲ ਦੀ ਉਮਰ ਦੇ ਵਿੱਚ, 50 ਦਾ ਉਹਦਾ ਜਨਮ ਹੈ, 88 ਦੇ ਵਿੱਚ ਉਹਦੀ ਜਿਹੜੀ ਹੈ ਹੱਤਿਆ ਹੋ ਜਾਂਦੀ ਹੈ। ਤੇ ਅਵਤਾਰ ਪਾਸ਼ ਇੱਕ ਬੜਾ ਸੰਜੀਦਾ ਕਵੀ ਅਸੀਂ ਕਹਿ ਸਕਦੇ ਹਾਂ। ਉਹ ਸਾਡੇ ਸਮਾਜਿਕ ਜੀਵਨ ਦੇ ਕਠੋਰ ਯਥਾਰਥ ਤੇ ਗਲਤ ਢਾਂਚੇ ਨੂੰ ਬੜੀ ਦਲੇਰੀ ਨਾਲ ਬਿਆਨ ਕਰਦਾ। ਉਹ ਪਰੰਪਰਾਗਤ ਮੁਹਾਵਰੇ ਦਾ ਵਿਰੋਧੀ ਹੈ ਤੇ ਪਾਠਕ ਨੂੰ ਪੂਰੀ ਤਰ੍ਹਾਂ ਭਾਈਵਾਲ ਬਣਾ ਲੈਣ ਦੀ ਇੱਕ ਖਾਸ ਸਮਰੱਥਾ ਉਸ ਕਵੀ ਦੇ ਵਿੱਚ ਰਹੀ ਹੈ। ਉਹਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਕਾਵਿ ਸੰਗ੍ਰਹਿ ਉਹਨੇ ਦਿੱਤੇ, ਸਭ ਤੋਂ ਪਹਿਲਾਂ 1970 ਦੇ ਵਿੱਚ ਉਹਦਾ ਕਾਵਿ ਸੰਗ੍ਰਹਿ ਆਉਂਦਾ ਹੈ ਲੋਕ ਕਥਾ, ਤੇ ਫਿਰ 1974 ਦੇ ਵਿੱਚ ਉਹਦਾ ਕਾਵਿ ਸੰਗ੍ਰਹਿ ਆਉਂਦਾ ਉੱਡਦੇ ਬਾਜਾਂ ਮਗਰ। 1978 ਦੇ ਵਿੱਚ ਉਹ ਕਾਵਿ ਸੰਗ੍ਰਹਿ ਦਿੰਦਾ ਸਾਡੇ ਸਮਿਆਂ ਵਿੱਚ, ਤੇ 1999 ਚ ਖਿਲਰੇ ਹੋਏ ਵਰਕੇ, ਤੇ 1988 ਦੇ ਵਿੱਚ ਜਿਸ ਵਰੇ ਉਹਦੀ ਮੌਤ ਹੁੰਦੀ ਹੈ ਅਸੀਂ ਲੜਾਂਗੇ ਸਾਥੀ, ਇਹ ਚੋਣੀਆਂ ਕਵਿਤਾਵਾਂ ਦਾ ਸੰਗ੍ਰਹਿ ਜਿਹੜਾ ਉਹਦਾ ਛਪਦਾ।
ਪਾਸ਼ ਦਾ ਨਾਂ ਜਿਹੜਾ ਹੈ ਨਕਸਲਵਾਦੀ ਲਹਿਰ ਵੇਲੇ ਜੁਝਾਰ ਵਿਦਰੋਹੀ ਕਾਵਧਾਰਾ ਦੇ ਮੋਢੀ ਕਵੀ ਵਜੋਂ ਉੱਭਰ ਕੇ ਸਾਹਮਣੇ ਆਇਆ। ਲੋਕ ਕਥਾ ਤੇ ਉੜਦੇ ਬਾਜਾਂ ਮਗਰ ਪਰੰਪਰਾ ਦੇ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਉਹਨਾਂ ਦੇ ਭੰਜਣ ਦੇ ਵਾਸਤੇ ਉਹ ਮਤਲਬ ਇੱਕ ਸਿਖਰ ਦੀ ਕਵਿਤਾ ਸੀ ਤੇ ਸਾਡੇ ਸਮੇਂ ਵਿੱਚ ਆਤਮ ਚਿੰਤਨ ਤੇ ਵਿਸ਼ਲੇਸ਼ਣ ਦਾ ਇੱਕ ਦਸਤਾਵੇਜ਼ ਅਸੀਂ ਕਹਿ ਸਕਦੇ ਹਾਂ। ਤੇ ਮਰਨ ਤੋਂ ਬਾਅਦ ਉਸਦੀਆਂ ਅਣਛਪੀਆਂ ਕਵਿਤਾਵਾਂ, ਚਿੱਠੀਆਂ, ਡਾਇਰੀਆਂ ਦਾ ਸੰਪਾਦਨ ਸਮਕਾਲੀ ਸ਼ਾਇਰ ਅਮਰਜੀਤ ਚੰਦਨ ਨੇ, ਜਿਹਦੀਆਂ ਕਵਿਤਾਵਾਂ ਅਸੀਂ ਪੜ੍ਹੀਆਂ ਨੇ, ਅਮਰਜੀਤ ਚੰਦਨ ਨੇ ਕੀਤਾ, ਜਿਸ ਤੋਂ ਉਸਦੇ ਚਿੰਤਨ ਦੇ ਨਵੇਂ ਪਸਾਰ ਜਿਹੜੇ ਆ ਉਹ ਦ੍ਰਿਸ਼ਟੀਗੋਚਰ ਹੁੰਦੇ ਦੇਖੇ ਜਾ ਸਕਦੇ ਆ। ਲੜਾਂਗੇ ਸਾਥੀ ਤੇ ਖਿਲਰੇ ਹੋਏ ਵਰਕੇ, ਇਹ ਜਿਹੜੇ ਕਾਵਿ ਸੰਗ੍ਰਹਿ ਉਸਦੇ ਮਰਨ ਤੋਂ ਬਾਅਦ ਜਿਹੜੇ ਆ ਛਪਦੇ ਆ ਤੇ ਉਹਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ ਤੇ ਇਨਕਲਾਬ ਲਈ ਤਿਆਰੀ ਦੁਆਲੇ ਉਸਰਿਆ ਹੋਇਆ। ਉਹ ਆਪਣੇ ਆਲੇ ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਕਾਵਿਕ ਸ਼ੈਲੀ ਚ ਕਰਦਾ ਹੈ। ਕੱਥ ਦੀ ਦ੍ਰਿਸ਼ਟੀ ਤੋਂ ਉਸਨੇ ਪਹਿਲੀ ਵਾਰ ਪੰਜਾਬੀ ਜਨਜੀਵਨ ਦੇ ਅਤਿ ਸਧਾਰਨ ਤੇ ਛੇਕੇ ਹੋਏ ਪੇਂਡੂ ਕਰੈਕਟਰਸ ਨੂੰ, ਪੇਂਡੂ ਚਰਿੱਤਰਾਂ ਨੂੰ, ਉਹਨਾਂ ਦੀ ਭਾਸ਼ਾ, ਉਹਨਾਂ ਦੀ ਉਪਭਾਸ਼ਾ, ਉਹਨਾਂ ਦੀ ਅਪਭਾਸ਼ਾ ਸਮੇਤ ਆਪਣੀ ਕਵਿਤਾ ਦੇ ਵਿੱਚ ਲੈ ਕੇ ਆਉਂਦਾ। ਉਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਹੋਰ ਬਹੁਤ ਸਾਰੇ ਕਵੀ ਜਿਹੜੇ ਆ ਉਹ ਮੈਦਾਨ ਚ ਆਏ ਤੇ ਉਹਦੀ ਕਵਿਤਾ ਜਿਹੜੀ ਹੈ ਅਰਥਾਂ ਦੀ ਮਾਫ ਕਰਨਾ ਆਦਰਸ਼ਾਂ ਦੀ ਜਿਹੜੀ ਹੈ ਉਹ ਮਥਾਜੀ ਕਬੂਲ ਨਹੀਂ ਕਰਦੀ। ਉਹ ਜੀਵਨ ਨੂੰ ਇਸ ਦੇ ਦੋਸ਼ਾਂ ਤੇ ਉਣਤਾਈਆਂ ਸਹਿਤ ਪ੍ਰਵਾਨ ਕਰਦਾ ਹੈ। ਉਹਦੀ ਕਵਿਤਾ ਦੀ ਸੁਰ ਕ੍ਰਾਂਤੀਕਾਰੀ ਤੇ ਰੋਹ ਭਰੀ ਹੈ ਤੇ ਉਹਦੇ ਵਿੱਚ ਵਿਅੰਗ ਦੀ ਛੋਹ ਬਹੁਤ ਤਿੱਖੀ ਤੇ ਕਾਟਵੀ ਹੈ। ਉਹਦੇ ਪ੍ਰੇਰਣਾ ਸਰੋਤ ਗੁਰੂ ਗੋਬਿੰਦ ਸਿੰਘ ਜੀ ਤੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਨਾਇਕ ਹੈ। ਉਸਦੀ ਕਵਿਤਾ ਪੰਜਾਬੀ ਦੀ ਨਵੀਂ ਤੇ ਸਵਾਰਥ ਸੁਰ ਦੀ ਲਖਾਇਕ ਹੈ। ਉਹ ਆਪਣੀ ਕਵਿਤਾ 'ਚ ਝੂਠ ਦੀਆਂ ਪਰਤਾਂ ਉਧੇੜ ਕੇ ਅਸਲੀਅਤ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਤੇ ਜੀਵਨ ਵਿੱਚ ਇੱਕ ਸਾਰਥਕਤਾ ਚਾਹੁੰਦਾ। ਉਹਦੀ ਕਵਿਤਾ ਜਿਹੜੀ ਹੈ ਕਲਾਤਮਕ ਗੁਣਾਂ ਨਾਲ ਭਰਪੂਰ ਹੈ। ਇੱਕ ਨਮੂਨਾ ਆਪਾਂ ਲੈਨੇ ਆ ਪਾਸ਼ ਦੀ ਕਵਿਤਾ ਦਾ। ਕੀ ਲਿਖਦਾ? ਅਸੀਂ ਚਾਹੁੰਦੇ ਹਾਂ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ, ਅਸੀਂ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ, ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ ਹੈ, ਜਿਵੇਂ ਹੁੱਕੇ 'ਚ ਨਿਕੋਟੀਨ ਹੁੰਦੀ ਹੈ, ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ। ਤਾਂ ਸਮੁੱਚੇ ਤੌਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਸਨੂੰ ਅਸੀਂ ਇੱਕ ਆਧੁਨਿਕ ਕਵੀਆਂ ਦੀ ਮੂਹਰਲੀ ਕਤਾਰ ਦੇ ਵਿੱਚ ਖੜਾ ਇੱਕ ਮਹੱਤਵਪੂਰਨ ਕਵੀ ਜਿਹੜਾ ਹੈ ਉਹ ਮੰਨ ਸਕਦੇ ਹਾਂ। ਔਰ ਇਹ ਖਾਸੀਅਤ ਵੀ ਰਹੀ ਹੈ ਕਿ ਅਵਤਾਰ ਪਾਸ਼ ਦੀ ਕਵਿਤਾ ਦਾ ਅਨੁਵਾਦ, ਉਹਦੀਆਂ ਜਿਹੜੀਆਂ ਕਵਿਤਾਵਾਂ ਦਾ ਅਨੁਵਾਦ ਅੰਗਰੇਜ਼ੀ 'ਚ ਵੀ ਹੋਇਆ, ਹਿੰਦੀ 'ਚ ਵੀ ਹੋਇਆ ਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਵੀ ਹੋਇਆ। ਯਾਨੀ ਉਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਮੰਨਿਆ ਹੋਇਆ ਜਿਹੜਾ ਕਵੀ ਜਾਂ ਸਾਹਿਤਕਾਰ ਸੀ। ਪਹਿਲੀ ਕਵਿਤਾ ਅਵਤਾਰ ਪਾਸ਼ ਦੀ ਆਪਾਂ ਪੜ੍ਹਦੇ ਹਾਂ, ਇਨਕਾਰ। ਬਹੁਤ ਖੂਬਸੂਰਤ ਕਵਿਤਾ। ਜਿਸ ਵੇਲੇ ਇਹ ਕਵਿਤਾ ਲਿਖੀ ਗਈ ਉਦੋਂ ਜ਼ਗੀਰਦਾਰਾਂ ਦੇ ਖਿਲਾਫ ਮੁਜ਼ਾਹਰਿਆਂ ਦਾ ਸੰਘਰਸ਼ ਚੱਲ ਰਿਹਾ ਸੀ। ਉਹ ਮੁਜ਼ਾਹਰਿਆਂ ਦਾ ਸੰਘਰਸ਼ ਹੀ ਜਿਹੜਾ ਨਕਸਲਬਾੜੀ ਲਹਿਰ ਸੀ, ਜਿਹਨੂੰ ਨਕਸਲਾਈਟ ਮੂਵਮੈਂਟ ਵੀ ਕਹਿ ਦਿੰਦੇ ਆ, ਕਿਉਂਕਿ ਨਕਸਲਬਾੜ ਪਿੰਡ ਤੋਂ ਵਿੱਚ ਉੱਠੀ ਸੀ ਜਿਹੜਾ ਕਿ ਸਿਲੀਗੁੜੀ ਸਬ ਡਿਵੀਜ਼ਨ ਦੇ ਵਿੱਚ ਪੱਛਮੀ ਬੰਗਾਲ 'ਚ ਸਥਿਤ ਹੈ। ਇਸ ਕਰਕੇ ਨਕਸਲਬਾੜ ਤੋਂ ਉੱਠੀ ਕਰਕੇ ਉਹਨੂੰ ਨਕਸਲਬਾੜੀ ਲਹਿਰ ਜਿਹੜੀ ਹੈ ਕਹਿ ਦਿੱਤਾ ਜਾਂਦਾ ਸੀ ਕਿ ਕੁਝ ਮਜ਼ਦੂਰ ਜਾਂ ਜਿਹੜੇ ਕਿਰਤੀ ਸੀਗੇ ਉਹ ਜ਼ਗੀਰਦਾਰਾਂ ਦੇ ਖਿਲਾਫ ਉੱਠ ਖੜੇ ਹੋਏ ਸੀ। ਉਹ ਸੰਘਰਸ਼ ਦੇ ਮੌਕੇ ਕਵਿਤਾ ਲਿਖੀ ਗਈ। ਕੀ ਲਿਖਦਾ ਹੈ ਅਵਤਾਰ ਪਾਸ਼? ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਸੋ ਇਹ ਕਾਵਿ ਸਤਰਾਂ ਅਵਤਾਰ ਪਾਸ਼ ਦੀ ਕਵਿਤਾ ਇਨਕਾਰ ਤੇ ਪੁਸਤਕ ਕਿਹੜੀ ਹੈ? ਆਧੁਨਿਕ ਪੰਜਾਬੀ ਕਵਿਤਾ। ਇਹ ਕਾਵਿ ਸੰਗ੍ਰਹਿ ਦੇ ਵਿੱਚੋਂ ਲਈਆਂ ਗਈਆਂ। ਇਹਦੇ ਚ ਪਾਸ਼ ਆਪਣੇ ਕਾਵਿ ਸਿਧਾਂਤ ਦਾ ਇੱਕ ਕਾਵਿਕ ਮੈਨੀਫੈਸਟੋ ਪੇਸ਼ ਕਰਦਾ ਹੈ। ਇਸ ਕਾਵਿ ਸਿਧਾਂਤ ਰਾਹੀਂ ਉਹ ਸੋਚ ਸਵਾਦ ਤੇ ਪ੍ਰਗਤੀਵਾਦੀ ਰੋਮਾਂਟਿਕਤਾ ਨੂੰ
ਰੱਦ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਖੇਤਾਂ ਦਾ ਪੁੱਤ ਹੈ ਤੇ ਇਸ ਖੇਤਰ ਵਿੱਚ ਸੰਬੰਧਿਤ ਸਮੱਸਿਆਵਾਂ ਨੂੰ ਪੇਸ਼ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਤੇ ਜਿਹੜੀ ਇਹ ਕਵਿਤਾ ਮੈਂ ਲਿਖਣੀ ਹੈ ਜਾਂ ਭਾਵ ਜਿਹੜੀ ਕਵਿਤਾ ਪਾਸ਼ ਨੇ ਲਿਖਣੀ ਹੈ ਉਹਦੇ ਵਿੱਚ ਖੇਤਾਂ ਦੇ ਪੁੱਤਾਂ ਦੀ ਗੱਲ ਹੋਊਗੀ, ਖੇਤ ਮਜ਼ਦੂਰਾਂ ਦੀ ਗੱਲ ਹੋਊਗੀ। ਕਵੀ ਆਪਣੇ ਪਾਠਕਾਂ ਤੇ ਆਲੋਚਕਾਂ ਨੂੰ ਕਹਿੰਦਾ ਹੈ ਕਿ ਉਹ ਉਸ ਤੋਂ ਇਹ ਆਸ ਨਾ ਕਰਨ ਕਿ ਖੇਤਾਂ ਦਾ ਪੁੱਤ ਹੋ ਕੇ ਕੋਈ ਚਗਲੇ ਹੋਏ ਸਵਾਦ ਭਾਵ ਸੋਝਵਾਦੀ, ਪ੍ਰਗਤੀਵਾਦੀ, ਰੋਮਾਂਟਿਕ ਗੱਲਾਂ ਜਿਹੜੀਆਂ ਉਹ ਕਰੇਗਾ, ਪ੍ਰੇਮ ਪਿਆਰ ਦੀਆਂ ਗੱਲਾਂ ਕਰੇਗਾ ਤੇ ਜਿਨ੍ਹਾਂ ਦੇ ਹੜ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਧੀਆਂ ਦਾ ਪਵਿੱਤਰ ਹਾਸਾ ਜਿਹੜਾ ਕਿਧਰੇ ਰੁੜ ਪੁੜ ਜਾਂਦਾ। ਉਹ ਕਿਹੋ ਜਿਹੀ ਗੱਲ ਕਰਨੀ ਚਾਹੁੰਦਾ ਹੈ? ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਕਰਾਂਗਾ। ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਕਰਾਂਗਾ। ਮੈਂ ਦਲਾਨ ਦੇ ਖੂੰਜੇ 'ਚ ਪਈ ਸੌਣੀ ਦੀ ਫਸਲ ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਤੇ ਖਿੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਕੁ-ਨਾਂ ਧਰਾਂਗਾ। ਕੀ ਕਹਿੰਦਾ ਕਵੀ ਕਿ ਜਦੋਂ ਵੀ ਕਵਿਤਾ ਵਿੱਚ ਗੱਲ ਕਰੇਗਾ ਖਾਦ ਦੀ ਕਮੀ ਕਾਰਨ ਗਰੀਬ ਦੀ ਹਿੱਕ ਵਾਂਗੂ ਪਿਚ ਕੇ ਗੰਨਿਆਂ ਦੀ ਗੱਲ ਕਰੇਗਾ, ਕਿਸਾਨ ਦੇ ਦਲਾਨ ਤੇ ਖੂੰਜੇ 'ਚ ਪਈ ਥੋੜੀ ਸੌਣੀ ਦੀ ਫਸਲ ਦੀ ਗੱਲ ਕਰੇਗਾ, ਉਸਦੇ ਦਲਾਨ ਦੇ ਬੂਹੇ ਉੱਪਰ ਖੜੇ ਸਿਆਲ ਦੀ ਗੱਲ ਕਰੇਗਾ। ਉਸ ਤੋਂ ਆਸ ਨਾ ਕੀਤੀ ਜਾਵੇ ਕਿ ਉਹ ਸਰਦੀ ਦੀ ਰੁੱਤ ਜਿਹੜੇ ਫੁੱਲ ਖਿੜਦੇ ਆ ਉਹਨਾਂ ਫੁੱਲਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਕੁ-ਨਾਂ ਜਿਹੜੇ ਆ ਉਹ ਰੱਖੇਗਾ। ਉਹਦੇ ਕੋਲੇ ਸਮਾਂ ਨਹੀਂ ਇਹਨਾਂ ਕੰਮ ਵਾਸਤੇ। ਅੱਗੇ ਕੀ ਲਿਖਦਾ ਪਾਸ਼? ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ, ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ ਤੇ ਉਸ ਪੂਰੇ ਚਿੜੀਆ ਘਰ ਦੀ ਜੋ ਮੈਂ ਆਪਣੀ ਹਿੱਕ 'ਚ ਪਾੜ ਰੱਖਿਆ ਜਾਂ ਉਸ ਅਜਾਇਬ ਘਰ ਦੀ ਜਾਂ ਇਦਾਂ ਦੀ ਹੀ ਕੋਈ ਕਰੜ ਬਰੜੀ ਜਿਹੀ ਗੱਲ ਕਰਾਂਗਾ। ਉਹ ਕਹਿੰਦਾ ਮੈਂ ਆਪਣੀ ਕਵਿਤਾ ਦੇ ਵਿੱਚ ਬੈਂਕ ਦੇ ਲਾਲਚੀ ਸੈਕਟਰੀ ਦੀਆਂ ਜਿਹੜੀਆਂ ਖਚਰੀਆਂ ਮੁੱਛਾਂ ਉਹ ਮੈਨੂੰ ਬਹੁਤ ਚੁਭਦੀਆਂ ਤੇ ਸਰਪੰਚ ਦੀ ਜਿਹੜੀ ਥਾਣੇ ਤੱਕ ਲੰਮੀ ਪੂਛ ਹੈ ਉਹ ਵੀ ਮੈਨੂੰ ਬਹੁਤ ਚੁਭਦੀ ਹੈ। ਉਹ ਚਿੜੀਆ ਘਰ ਦੇ ਖੁੰਖਾਰ ਜਾਨਵਰਾਂ ਭਾਵ ਬਦਮਾਸ਼ਾਂ ਦੀ ਜੋ ਉਸਨੇ ਆਪਣੇ ਖਰਚ ਉੱਤੇ ਪਾਲ ਰੱਖੇ ਹੈ ਜਾਂ ਉਸਦੇ ਅਜਾਇਬ ਘਰ ਦੀ ਜਾਂ ਇਹੋ ਜਿਹੀ ਕੋਈ ਨਿਮਨ ਕਿਸਾਨੀ ਨੂੰ ਵਕਤਾਂ 'ਚ ਪਾਉਣ ਵਾਲੀ ਰੁੱਖੀ ਜਿਹੀ ਗੱਲ ਹੀ ਕਰੇਗਾ। ਉਹ ਆਪਣੀ ਕਵਿਤਾ 'ਚ ਕਿਸੇ ਤਰ੍ਹਾਂ ਦੀ ਸੋਝਵਾਦੀ ਜਾਂ ਰੋਮਾਂਟਿਕ ਜੀ ਗੱਲ ਜਿਹੜੀ ਹੈ ਉਹ ਕਰਨ ਦੇ ਸਮਰੱਥ ਆਪਣੇ ਆਪ ਨੂੰ ਨਹੀਂ ਸਮਝਦਾ। ਅੱਗੇ ਕੀ ਲਿਖਦਾ? ਮੇਰੇ ਲਈ ਦਿਲ ਤਾਂ ਬਸ ਇੱਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ। ਮੇਰੇ ਲਈ ਦਿਲ ਤਾਂ ਬਸ ਇੱਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ। ਦਿਲ ਦੀ ਜਿਹੜੀ ਸ਼ਕਲ ਹੈ ਉਹ ਪਾਨ ਦੇ ਪੱਤੇ ਵਰਗੀ ਹੁੰਦੀ ਹੈ, ਤੁਸੀਂ ਦੇਖੀ ਹੈ ਸਾਰਿਆਂ ਨੇ। ਮੇਰੇ ਲਈ ਦਿਲ ਤਾਂ ਬਸ ਇੱਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ। ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲਜ਼ਤ ਹੈ। ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ ਲੁਕ ਪੀਣ ਦੀ ਕੋਈ ਸ਼ੈ ਹੈ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖਰਗੋਸ਼ ਵਾਂਗ ਰੂਹੀ ਦੀ ਕੂਲੀ ਮਹਿਕ ਨੂੰ ਪੋਲੇ ਜਿਹੇ ਸੁੰਘਾਂ। ਮੈਂ ਤਾਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਰਦਾਂ ਵਾਂਗ ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ। ਲੱਜਤ ਕੀ ਹੁੰਦੀ ਹੈ? ਸਵਾਦ। ਜੋਤਾ ਲੱਗੇ ਬਲਦ ਅਸੀਂ ਕਿਹਨਾਂ ਨੂੰ ਕਹਿੰਦੇ ਆ? ਜਿਹੜੇ ਹਾਲਾਂ ਵਾਹ ਕੇ ਥੱਕੇ ਹੋਏ ਤੇ ਭੁੱਖੇ ਹੋਏ ਬਲਦ ਹੁੰਦੇ ਆ। ਤਾਂ ਪਾਸ਼ ਕੀ ਕਹਿੰਦਾ ਹੈ ਕਿ ਉਹ ਦਿਲ ਨੂੰ ਪਾਨ ਪੱਤੇ ਵਰਗਾ ਇੱਕ ਸਧਾਰਨ ਮਾਸ ਦਾ ਇੱਕ ਲੋਥੜਾ ਜਿਹਾ ਸਮਝਦਾ। ਉਸ ਲਈ ਹੁਸਨ ਮੱਕੀ ਦੀ ਲੂਣ ਭੁੱਕੀ ਰੋਟੀ ਦਾ ਸਵਾਦ ਦੇਣ ਵਰਗੀ ਕੋਈ ਚੀਜ਼ ਹੀ ਹੈ। ਉਸ ਲਈ ਜ਼ਿੰਦਗੀ ਖੁੱਲ੍ਹ ਕੇ ਮਾਣਨ ਵਾਲੀ ਚੀਜ਼ ਨਹੀਂ, ਸਗੋਂ ਘਰ ਦੀ ਕੱਢੀ ਸ਼ਰਾਬ ਵਾਂਗ ਲੁਕ ਲੁਕ ਕੇ ਪੀਣ ਵਾਲੀ ਚੀਜ਼ ਹੈ। ਇਸ ਕਰਕੇ ਉਸ ਤੋਂ ਇਹ ਆਸ ਨਾ ਕੀਤੀ ਜਾਵੇ ਕਿ ਉਹ ਖਰਗੋਸ਼ ਵਾਂਗ ਰੋਈਆਂ ਦੀ ਕੂਲੀ ਮਹਿਕ ਵਾਂਗ ਪੋਲੇ ਜੇ ਸੁੰਘਦਾ ਫਿਰੇ। ਉਹ ਕਦੇ ਵਲ ਪਿੰਗ ਪਾ ਕੇ ਗੱਲ ਨਹੀਂ ਕਰਦਾ, ਸਗੋਂ ਹਰ ਗੱਲ ਜਾਂ ਹਰ ਚੀਜ਼ ਨੂੰ ਇਸ ਤਰ੍ਹਾਂ ਸਿੱਧਾ ਹੀ ਟੱਕਰਿਆ ਜਿਸ ਤਰ੍ਹਾਂ ਜੋਤਾ ਲੱਗੇ ਬਲਦ ਸਿੱਧੇ ਖੁਰਲੀ ਨੂੰ ਜਾਂਦੇ ਆ, ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ। ਮੈਂ ਜੱਟਾਂ ਦੇ ਸਾਧ ਹੋਣ ਤੋਂ ਉਰਾਂ ਦਾ ਸਫ਼ਰ ਹਾਂ। ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖ ਦੀ ਲੋ ਹਾਂ। ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥੀ ਯਾਦ ਹਾਂ ਕੇਵਲ। ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ। ਤੇ ਮੇਰੀ ਕਲਪਨਾ ਉਸ ਲੋਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ ਜੋ ਬੇਰਹਿਮ ਅਸਥਾਨ ਤੇ ਖਿਜਿਆ ਰਹੇ ਇੱਕ ਤਰ੍ਹਾਂ ਦੇ ਬੁੱਲੇ ਲਈ, ਜਿਹਦੇ ਹੱਥ ਵਿਚਲਾ ਚਊ ਦਾ ਫਾਲਾ ਕਦੀ ਤਲਵਾਰ ਬਣ ਜਾਵੇ, ਕਦੀ ਬਸ ਪੱਠਿਆਂ ਦੀ ਪੰਡ ਰਹਿ ਜਾਵੇ। ਮੈਂ ਹੁਣ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ। ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ਚੋਂ ਸਿਮਦਾ ਰਾਗ ਹਾਂ ਕੇਵਲ। ਅੱਗੇ ਕੀ ਕਹਿੰਦਾ ਹੈ ਕਿ ਉਹ ਘਰ ਦੀ ਗਰੀਬੀ ਤੋਂ ਤੰਗ ਆ ਕੇ ਸਾਧ ਹੋਣ ਵਾਲੇ ਜੱਟਾਂ ਦੀ ਅਵਸਥਾ ਤੋਂ ਪਹਿਲੀ ਅਵਸਥਾ ਦਾ ਸਫ਼ਰ ਕਰ ਰਿਹਾ।
ਭਾਵ ਕਿਸਾਨੀ ਦੀਆਂ ਮੁਸ਼ਕਲਾਂ ਤੇ ਗਰੀਬੀ ਨਾਲ ਸੰਘਰਸ਼ ਕਰ ਰਿਹਾ। ਉਹ ਜੁੱਤੀਆਂ ਗੰਢਣ ਵਾਲੇ ਬੁੱਢੇ ਮੋਚੀ ਦੀ ਗੁੰਮ ਹੋਈ ਅੱਖ ਦੀ ਲੋ ਵਰਗਾ ਹੈ। ਉਹ ਜੰਗ 'ਚ ਟੁੰਡੇ ਹੋਏ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹੈ। ਉਸਨੇ ਸਮੇਂ ਦੇ ਪਿੰਡੇ ਉੱਤੇ ਅਜੇ ਕੇਵਲ 1/4 ਸਦੀ ਦਾ ਸਮਾਂ ਹੀ ਗੁਜ਼ਾਰਿਆ। ਉਸ ਦੀ ਕਲਪਨਾ ਉਸ ਲੋਹਾਰ ਦੇ ਥਾਂ ਥਾਂ ਤੋਂ ਲੁਸੇ ਮਾਸ ਵਰਗੀ ਹੈ ਜੋ ਬੇਰਹਿਮ ਗਰਮ ਭੱਠੀ ਕੋਲ ਬੈਠਾ ਹਵਾ ਦੇ ਇੱਕ ਬੁੱਲੇ ਨੂੰ ਤਰਸਦਾ ਜਿਹੜਾ ਰਹਿ ਜਾਂਦਾ। ਉਹ ਆਪਣੇ ਪਾਠਕਾਂ ਤੇ ਆਲੋਚਕਾਂ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਬਣ ਸਕਦਾ। ਉਹ ਤਾਂ ਕੇਵਲ ਭਾਂਡੇ ਮਾਂਜਦੀ ਝੋਰੀ ਦੀਆਂ ਉਂਗਲਾਂ 'ਚੋਂ ਸਿਮਦਾ ਰਾਗ ਹੈ। ਭਾਵ ਉਹ ਪਿੰਡ ਦੇ ਕਿਸਾਨੀ ਜੀਵਨ ਨਾਲ ਬੁਰੀ ਤਰ੍ਹਾਂ ਜੁੜਿਆ ਹੋਇਆ ਹੈ ਤੇ ਆਪਣੀ ਕਵਿਤਾ ਵਿੱਚ ਕੇਵਲ ਉਹ ਕਿਸਾਨੀ ਜੀਵਨ ਦੀ ਗੱਲ ਹੀ ਕਰ ਸਕਦਾ ਹੈ। ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰੇ, ਕੀ ਲਿਖਦਾ ਪਾਸ਼, ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰੇ ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ। ਅਜੇ ਮੈਂ ਧਰਤ ਤੇ ਛਾਈ ਕਿਸੇ ਸੀਰੀ ਦੇ ਕਾਲੇ ਸ਼ਾਹ ਬੁੱਲਾਂ ਜਿਹੀ ਰਾਤ ਦੀ ਹੀ ਗੱਲ ਕਰਾਂਗਾ, ਉਸ ਇਤਿਹਾਸ ਦੀ ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੋਹਰਾਂ ਉੱਤੇ ਉਕਰਿਆ ਹੈ, ਜਾਂ ਉਸ ਮਾਂ ਦੇ ਪੈਰਾਂ ਪਾਟੀਆਂ ਵਿਆਹੀਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗੜੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਕੀ ਕਹਿੰਦਾ ਹੈ? ਉਹ ਪਾਠਕਾਂ ਤੇ ਆਲੋਚਕਾਂ ਨੂੰ ਸੰਬੋਧਿਤ ਹੈ ਕਿ ਉਹ ਸੋਚ ਸਵਾਦ ਦੀ ਸੁਪਨਿਆਂ ਦੀ ਦੁਨੀਆ ਦੀਆਂ ਗੱਲਾਂ ਨਹੀਂ ਕਰ ਸਕਦਾ। ਉਸ ਕੋਲ ਉਸ ਦੀ ਹੱਦ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਰਨ ਲਈ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ, ਜ਼ਿੰਦਗੀ ਦੀਆਂ ਬਹੁਤ ਸਾਰੀਆਂ ਲੋੜਾਂ ਹੈਗੀਆਂ। ਅੱਜ ਉਹ ਧਰਤੀ ਉੱਤੇ ਪਸਰੀ ਕਿਸੇ ਮਜਾਰੇ ਦੇ ਕਾਲੇ ਸ਼ਾਹ ਬੁੱਲਾਂ, ਭਾਵ ਉਸਦੇ ਮਿਹਨਤ ਦੇ ਮਾਰੇ ਤੇ ਢਿੱਡੋਂ ਭੁੱਖੇ ਸਰੀਰ ਦੀ ਗੱਲ ਹੀ ਕਰ ਸਕਦਾ ਹੈ। ਉਹ ਉਸ ਇਤਿਹਾਸ ਦੀ ਗੱਲ ਕਰ ਸਕਦਾ ਹੈ ਜਿਹੜਾ ਉਸਦੇ ਖੇਤਾਂ 'ਚ ਨੰਗੇ ਪਿੰਡੇ ਕੰਮ ਕਰਦੇ ਬਾਪ ਦੇ ਧੁੱਪ ਨਾਲ ਲੂਸੇ ਹੋਏ ਮੋਹਰਾਂ ਦੇ ਉੱਤੇ ਉਕਰਿਆ ਹੋਇਆ, ਜਾਂ ਉਹ ਆਪਣੀ ਨੰਗੇ ਪੈਰੀ ਕੰਮਾਂ 'ਚ ਰੁੱਝੀ ਮਾਂ ਜਿਹਦੇ ਪੈਰਾਂ 'ਚ ਵਿਆਹੀਆਂ ਪਾਟੀਆਂ ਹੋਈਆਂ ਉਹਦੀ ਤਕਲੀਫ ਦੀ ਗੱਲ ਕਰ ਸਕਦਾ ਹੈ। ਤਾਂ ਅਜਿਹੀ ਸਥਿਤੀ ਵਿੱਚ ਉਸ ਤੋਂ ਆਸ ਨਾ ਕੋਈ ਕਰੇ ਕਿ ਉਹ ਖੇਤਾਂ ਦਾ ਪੁੱਤ ਹੋ ਕੇ ਚਗਲੇ ਹੋਏ ਸੋਚ ਸਵਾਦ ਤੇ ਕੋਈ ਪ੍ਰਗਤੀਵਾਦੀ ਰੋਮਾਂਟਿਕਤਾ ਇਹੋ ਜਿਹੀਆਂ ਗੱਲਾਂ ਕਰੇ ਜਿਨ੍ਹਾਂ ਦੇ ਹੜ 'ਚ ਉਹਨਾਂ ਦੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਧੀਆਂ ਦਾ ਕੰਜਕ ਜਿਹਾ ਹਾਸਾ ਰੁੜ ਜਾਂਦਾ ਹੈ। ਇਹ ਸੀ ਕਵਿਤਾ ਇਨਕਾਰ। ਬਹੁਤ ਮਸ਼ਹੂਰ ਕਵਿਤਾ ਹੈ ਔਰ ਇਸ ਕਵਿਤਾ ਨੂੰ ਬਹੁਤ ਸਾਰੇ ਵਿਦਿਆਰਥੀ ਸਟੇਜਾਂ ਉੱਪਰ ਵੀ ਬੋਲਦੇ ਰਹੇ ਹੈ। ਤੇ ਇਸ ਦੀ ਜਿਹੜੀ ਦੂਜੀ ਕਵਿਤਾ ਹੈ ਉਹ ਇਸ ਤੋਂ ਵੀ ਵੱਧ ਖੂਬਸੂਰਤ ਹੈ ਤੇ ਵੱਧ ਅਰਥ ਭਰਪੂਰ ਹੈ। ਦੂਜੀ ਕਵਿਤਾ ਆਪਾਂ ਕਰਦੇ ਹਾਂ। ਸਭ ਤੋਂ ਖਤਰਨਾਕ। ਸਭ ਤੋਂ ਖਤਰਨਾਕ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ। ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ 'ਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਇਹ ਕਾਵਿ ਸਤਰਾਂ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਦੀਆਂ, ਜਿਹਦੇ 'ਚ ਕਵੀ ਦੱਸਦਾ ਹੈ ਕਿ ਮਨੁੱਖ ਦਾ ਮੁਰਦਾ ਸ਼ਾਂਤੀ ਨਾਲ ਭਰਨਾ, ਸਭ ਕੁਝ ਸਹੀ ਜਾਣਾ, ਸੁਪਨਿਆਂ ਦਾ ਮਰ ਜਾਣਾ, ਅਣਖ ਦਾ ਮਰ ਜਾਣਾ, ਇਹ ਚੀਜ਼ਾਂ ਸਭ ਤੋਂ ਖਤਰਨਾਕ ਹੈ। ਕੀ ਕਹਿੰਦਾ ਹੈ ਕਿ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਵੀ ਕੋਈ ਤੁਹਾਨੂੰ ਸੁੱਤੇ ਪਏ ਨੂੰ ਫੜ ਕੇ ਲੈ ਜਾਏ ਜਾਂ ਕੋਈ ਪੁਲਿਸ ਆ ਜਾਏ, ਬੁਰਾ ਤਾਂ ਲੱਗਦਾ ਹੈ ਪਰ ਉਨਾ ਖਤਰਨਾਕ ਨਹੀਂ ਹੁੰਦਾ। ਡਰੂ ਜਿਹੀ ਚੁੱਪ 'ਚ ਮੜੇ ਜਾਣਾ ਬੁਰਾ ਤਾਂ ਹੈ, ਕੋਈ ਡਰ ਲੱਗਣਾ ਬੰਦੇ ਨੂੰ, ਬੁਰੀ ਗੱਲ ਤਾਂ ਹੈਗੀ ਹੈ ਪਰ ਖਤਰਨਾਕ ਨਹੀਂ। ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਕੀ ਹੁੰਦਾ? ਅੱਗੇ ਕੀ ਕਹਿੰਦਾ? ਕਪਟ ਦੇ ਸ਼ੋਰ ਵਿੱਚ, ਕਪਟ ਕੀ ਹੈ? ਧੋਖੇਬਾਜ਼ੀ। ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ। ਕਿਸੇ ਜੁਗਨੂ ਦੀ ਲੋਅ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ। ਕਚੀਚੀ ਵੱਟ ਕੇ ਬਸ ਵਕਤ ਕੱਢ ਜਾਣਾ ਬੁਰਾ ਤਾਂ ਹੈ। ਸਭ ਤੋਂ ਖਤਰਨਾਕ।
ਕਹਿੰਦਾ ਚਾਰੇ ਪਾਸੇ ਧੋਖਾਧੜੀ ਚੱਲਦੀ ਹੈ, ਕਈ ਵਾਰੀ ਅਸੀਂ ਸਹੀ ਹੁੰਨੇ ਆ ਲੇਕਿਨ ਸਾਨੂੰ ਆਵਾਜ਼ ਉਠਾਉਣ ਦੇ ਵਿੱਚ ਦਿੱਕਤ ਆਉਂਦੀ ਹੈ। ਜਦੋਂ ਅਸੀਂ ਆਵਾਜ਼ ਨਹੀਂ ਉਠਾਉਂਦੇ ਸਾਨੂੰ ਬੁਰਾ ਲੱਗਦਾ ਹੈ। ਕਿਸੇ ਜੁਗਨੂ ਦੀ ਲੋਚ ਪੜ੍ਹਨਾ, ਜੁਗਨੂ ਦੀ ਕਿੰਨੀ ਕੁ ਲਾਈਟ ਹੁੰਦੀ ਹੈ? ਬਹੁਤ ਮੱਧਮ ਲਾਈਟ ਹੁੰਦੀ ਹੈ, ਉਹਦੇ 'ਚ ਪੜ੍ਹਿਆ ਨਹੀਂ ਜਾ ਸਕਦਾ। ਕਚੀਚੀ ਵੱਟ ਕੇ ਬਸ ਟਾਈਮ ਪਾਸ ਕਰਨਾ ਵੀ ਠੀਕ ਹੈ ਜੋ ਹੋਈ ਜਾਂਦਾ ਹੈ, ਇਹ ਬੁਰਾ ਤਾਂ ਹੈਗਾ, ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਕੀ ਹੁੰਦਾ? ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਚੀਜ਼ ਕੀ ਹੈ? ਅੰਦਰੋਂ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਅੰਦਰ ਕੋਈ ਤੜਪ ਹੀ ਨਾ ਰਹਿਣੀ, ਕੋਈ ਉਮੰਗ ਹੀ ਨਾ ਰਹਿਣੀ, ਕੋਈ ਫੀਲਿੰਗ ਹੀ ਨਾ ਰਹਿਣੀ। ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਵੀ ਜੋ ਹੋ ਗਿਆ ਬਸ ਠੀਕ ਹੈ। ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਵੀ ਰੋਜ਼ੀ ਰੋਟੀ ਕਮਾਈ, ਘਰੋਂ ਟਿਫਨ ਲੈ ਕੇ ਆ ਗਏ ਤੇ ਕੰਮ ਤੋਂ ਘਰੇ ਚਲੇ ਗਏ। ਆਸੇ ਪਾਸੇ ਕੀ ਹੋ ਰਿਹਾ ਕੋਈ ਮਤਲਬ ਨਹੀਂ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ। ਕਹਿੰਦਾ ਸਭ ਤੋਂ ਖਤਰਨਾਕ ਕੀ ਹੁੰਦਾ? ਜਦੋਂ ਸਾਡੇ ਸੁਪਨੇ ਖਤਮ ਹੋ ਜਾਣ। ਜਿਸ ਤਰ੍ਹਾਂ ਦੇ ਹਾਲਾਤ ਹਿੰਦੁਸਤਾਨ 'ਚ, ਪੰਜਾਬ 'ਚ ਖਾਸ ਕਰਕੇ ਅੱਜ ਕੱਲ੍ਹ ਬਣੇ ਹੋਏ ਆ, ਤਾਂ ਬਹੁਤੇ ਲੋਕਾਂ ਦੀ ਸਥਿਤੀ ਜਿਹੜੀ ਆ ਇਸ ਤਰ੍ਹਾਂ ਦੀ ਖਤਰਨਾਕ ਹੈ ਕਿ ਉਹਨਾਂ ਦੇ ਸੁਪਨੇ ਜਿਹੜੇ ਆ ਮਰ ਚੁੱਕੇ ਆ। ਮੌਜੂਦਾ ਦੌਰ ਦੇ ਵਿੱਚ ਨੌਜਵਾਨਾਂ ਦੇ ਜਿਹੜੇ ਸੁਪਨੇ ਆ ਉਹ ਮਰ ਚੁੱਕੇ ਆ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਖੜੀ ਹੁੰਦੀ ਹੈ, ਤੁਹਾਡੀ ਨਜ਼ਰ ਦੇ ਲਈ ਵੀ ਖੜੀ ਹੁੰਦੀ ਹੈ। ਇਹ ਚੀਜ਼ਾਂ ਤੁਹਾਡੇ ਲਈ ਬਹੁਤ ਖਤਰਨਾਕ ਹੈ। ਅੱਗੇ ਕੀ ਲਿਖਦਾ ਪਾਸ਼? ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਦੇਖਦੀ ਹੋਈ ਠੰਡੀ ਯੱਖ ਹੁੰਦੀ ਹੈ, ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ 'ਚੋਂ ਉੱਠਦੀ ਅੰਨ੍ਹੇਪਣ ਦੀ ਭਾਵ ਉੱਤੇ ਡੁੱਲ ਜਾਂਦੀ ਹੈ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਵਹੀਣ ਦੁਹਰਾ ਦੇ ਗਧੀ ਗੇੜ ਵਿੱਚ ਰੁਲ ਜਾਂਦੀ ਹੈ। ਉਹ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਅੱਖ ਹੈ ਜਿਹਨੂੰ ਸਾਰਾ ਕੁਝ ਦਿਸੀ ਜਾਂਦਾ ਵੀ ਗਲਤ ਹੋ ਰਿਹਾ, ਤੇ ਸਭ ਕੁਝ ਦੇਖ ਕੇ ਵੀ ਉਹ ਠੰਡੀ ਅੱਖ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਦੁਨੀਆ ਨਾਲ ਕੋਈ ਪਿਆਰ ਹੀ ਨਹੀਂ ਰਿਹਾ, ਕੋਈ ਮੁਹੱਬਤ ਹੀ ਨਹੀਂ ਰਿਹਾ। ਉਹ ਜਿਹੜੀ ਚੀਜ਼ਾਂ 'ਚੋਂ ਉੱਠਦੀ ਅੰਨ੍ਹੇਪਣ ਦੀ ਭਾਵ ਹੈ, ਜਿਹੜਾ ਮਾੜਾ ਮੋਟਾ ਜਿਹੜਾ ਲਾਲਚ ਹੈ, ਨਿੱਕਾ ਮੋਟਾ ਜੋ ਸਾਡੇ ਲੀਡਰ ਸਾਨੂੰ ਦਿੰਦੇ ਆ, ਅਸੀਂ ਨਿੱਕੇ ਮੋਟੇ ਲਾਲਚ ਨੂੰ ਦੇਖ ਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਹਾਂ, ਉਹ ਸਾਰਾ ਕੁਝ ਖਤਮ ਹੋਇਆ ਪਿਆ। ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਵਹੀਣ ਦੁਹਰਾ ਦੇ ਗਧੀ ਗੇੜ 'ਚ ਰੁਲ ਜਾਂਦੀ। ਵੀ ਮੰਤਵਹੀਣ ਅਸੀਂ ਬਸ ਉਹੀ ਗਧੀ ਗੇੜ ਦੇ ਵਿੱਚ ਇੱਕ ਪਏ ਹੋਏ ਆ, ਤੇ ਆਈ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਟਪਾਈ ਜਾ ਰਹੇ ਹਾਂ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ, ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲकांड ਦੇ ਬਾਅਦ ਸੁੰਨ ਹੋਏ ਵਿਹੜਿਆਂ 'ਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਚਾਨਣੀਆਂ ਰਾਤਾਂ ਚੰਗੀਆਂ ਨਹੀਂ ਲੱਗਦੀਆਂ, ਜਦੋਂ ਕਤਲकांड ਹੋਏ ਹੋਣ, ਕਿਸੇ ਦੇ ਪੁੱਤ ਮਰੇ ਹੋਣ, ਉਦੋਂ ਚੰਗਾ ਨਹੀਂ ਲੱਗਦਾ ਕੁਝ ਵੀ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਿਓਂ ਲੰਘਦਾ ਹੈ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਹੈ। ਉਹ ਗੀਤ ਕਿਹੜਾ ਹੈ? ਜਿਹੜੇ ਹੁਕਮਰਾਨ ਗਾਉਂਦੇ ਫਿਰਦੇ ਆ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਿਓਂ ਲੰਘਦਾ ਹੈ। ਸਾਡੇ ਤਾਂ ਪੁੱਤ ਮਰੇ ਪਏ ਆ ਨਸ਼ਿਆਂ ਨਾਲ, ਠੀਕ ਹੈ, ਤੇ ਹੁਕਮਰਾਨ ਜਿਹੜੇ ਆ ਉਹ ਹੋਲੀਆਂ ਖੇਡਦੇ ਫਿਰਦੇ ਆ। ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਹੈ। ਇਹੋ ਜਿਹੇ ਗੀਤ ਸਾਨੂੰ ਚੰਗੇ ਨਹੀਂ ਲੱਗਦੇ, ਇਹੋ ਜਿਹਾ ਵਰਤਾਰਾ ਸਾਨੂੰ ਚੰਗਾ ਨਹੀਂ ਲੱਗਦਾ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਕਿ ਜੋ ਪੈਂਦੀ ਹੈ ਜਿਉਂਦੀ ਰੂਹ ਦਿਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਮਟ ਜਾਂਦੇ ਸਦੀਵੀ ਹਨੇਰੇ 'ਚ ਬੰਦ ਬੂਹਿਆਂ ਚੁਗਾਠਾਂ ਤੇ। ਸਭ ਤੋਂ ਖਤਰਨਾਕ ਕਿਹੜੀ ਸਥਿਤੀ ਹੁੰਦੀ ਹੈ? ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦਿਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਮਟ ਜਾਂਦੇ ਸਦੀਵੀ ਹਨੇਰੇ 'ਚ ਬੰਦ ਬੂਹਿਆਂ ਚੁਗਾਠਾਂ ਤੇ। ਕਵੀ ਕਹਿੰਦਾ ਹੈ ਕਿ ਸਭ ਤੋਂ ਖਤਰਨਾਕ ਉਹ ਰਾਤ ਹੈ ਜਿਹੜੀ ਜਿਉਂਦੀ ਰੂਹ ਤੇ ਆਕਾਸ਼ ਉੱਪਰ ਪੈਂਦੀ ਹੈ, ਤੇ ਉਸ ਵਿੱਚ ਕੇਵਲ ਉੱਲੂ ਬੋਲਦੇ ਆ ਤੇ ਗਿੱਦੜ ਹਵਾਂਕਦੇ ਆ, ਤੇ ਉਹਨਾਂ ਦੇ ਬੰਦ ਬੂਹਿਆਂ ਦੇ ਚੁਗਾਠਾਂ ਉੱਤੇ ਸਦੀਵੀ ਹਨੇਰੇ ਚਿੰਬੜੇ ਹੋਏ ਆ। ਭਾਵ ਸਭ ਤੋਂ ਖਤਰਨਾਕ ਉਹ ਰਾਤ ਹੈ ਜੋ ਜਿਉਂਦੀਆਂ ਰੂਹਾਂ ਦੇ ਜੀਵਨ 'ਚ ਘੋਰ ਨਿਰਾਸ਼ਾ ਤੇ ਬੇਵਸੀ ਪੈਦਾ ਕਰਦੀ ਹੈ।
ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ। ਇੱਕ ਤਾਂ ਦੂਜਾ ਸੂਰਜ ਡੁੱਬਦਾ ਨਾ ਪੱਛਮ ਵਾਲੇ ਪਾਸੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ 'ਚ ਆਤਮਾ ਦਾ ਸੂਰਜ ਡੁੱਬ ਜਾਵੇ, ਸਾਡਾ ਅੰਦਰ ਹੀ ਮਰ ਜੇ, ਸਾਡੀ ਸੋਲ ਹੀ ਮਰ ਜੇ, ਤੇ ਉਸ ਮਰੀ ਹੋਈ ਧੁੱਪ ਦੀ ਕੋਈ ਛਿੱਤਰ ਤੁਹਾਡੇ ਜਿਸਮ ਦੇ ਪੂਰਜ ਵਿੱਚ ਖੁੱਭ ਜਾਵੇ। ਕਵੀ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ 'ਚ ਆਤਮਾ ਦਾ ਸੂਰਜ ਡੁੱਬ ਜਾਂਦਾ ਹੈ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਜ 'ਚ ਖੁੱਭ ਕੇ ਤੁਹਾਡੇ ਜੀਵਨ ਨੂੰ ਹਨੇਰਾ ਤੇ ਦਿਸ਼ਾਹੀਣ ਬਣਾ ਦਿੰਦੀ ਹੈ। ਇਹ ਸੀ ਬੜੀ ਖੂਬਸੂਰਤ ਕਵਿਤਾ, ਸਭ ਤੋਂ ਖਤਰਨਾਕ। ਪਾਸ਼ ਦੀ ਕਵਿਤਾ ਨੂੰ ਪੜ੍ਹਨਾ ਤੇ ਮੰਨਣਾ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਵਾਦ ਦਾ ਅਹਿਸਾਸ ਹੈ। ਸਭ ਤੋਂ ਖਤਰਨਾਕ ਕਵਿਤਾ ਅੱਜ ਵੀ ਵਿਦਿਆਰਥੀ ਯੁਵਕ ਮੇਲਿਆਂ ਦੇ ਵਿੱਚ ਸਟੇਜਾਂ ਤੇ ਬੋਲਦੇ ਆ। ਬੜੀ ਰੋਹ ਭਰੀ ਇਹ ਕਵਿਤਾ ਹੈ। ਇਹ ਸੀ ਜੁਝਾਰਵਾਦੀ ਕਵੀ ਅਵਤਾਰ ਪਾਸ਼। ਕਿਸੇ ਅਗਲੇ ਕਵੀ ਨਾਲ ਸਾਂਝ ਪਾਉਣ ਲਈ ਮੈਂ ਅਗਲੇ ਵੀਡੀਓ ਲੈਕਚਰ 'ਚ ਫਿਰ ਸ਼ਾਮਲ ਹੋਵਾਂਗਾ। ਤਦ ਤੱਕ ਲਈ ਮੈਨੂੰ ਦਿਓ ਆਗਿਆ। ਰੱਬ ਰਾਖਾ।